ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਵੀਰ ਜਿਨ੍ਹਾਂ ਦੇ ਘਾਲਾਂ ਘਾਲਦੇ ਨੇ ਛੰਨੇ ਖੋਪਰੀ ਦੇ ਫੜ ਕੇ ਪੁੱਤ ਜਿਸ ਦੇ ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸੋਧ ਸਿੰਘ ਬਾਜ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਬਾਜ ਟੀਵੀ। ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਨੋਟੀਫਿਕੇਸ਼ਨ ਬੈਲ ਔਨ ਕਰਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ। ਕਮੈਂਟ ਦੇ ਵਿੱਚ ਆਪਣਾ ਫੀਡਬੈਕ ਨੋਟ ਕਰਕੇ ਕਮੈਂਟ ਸਾਨੂੰ ਜਰੂਰ ਕਰੋ ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ, ਤਾਂ ਕਿ ਅਸੀਂ ਅਗਲੀ ਆਉਣ ਵਾਲੀ ਵੀਡੀਓ ਦੇ ਵਿੱਚ ਹੋਰ ਵੀ ਸੁਧਾਰ ਕਰ ਸਕੀਏ। ਤੇ ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਸੰਪਾਦਕ ਡਾਕਟਰ ਇੰਦਰਜੀਤ ਕੌਰ ਦੇ ਵੱਲੋਂ ਛਾਪੀ ਗਈ ਕਿਤਾਬ ਇਹ ਸਰਹਿੰਦ ਨਹੀਂ ਸਿੱਖਾਂ ਦੀ ਕਰਬਲਾ ਹੈ, ਇਸ ਕਿਤਾਬ ਦੇ ਵਿੱਚ ਦਰਜ ਸ਼ਹੀਦ ਅਨ ਵਫਾ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਦੇ ਲਿਖੇ ਹੋਏ ਸ਼ੇਰਾਂ ਨੂੰ ਵਿਆਖਿਆ ਸਮੇਤ ਵਿਚਾਰ ਰਹੇ ਹਾਂ। ਪਿਛਲੇ 10 ਸ਼ੇਰਾਂ ਦੀ ਆਪਾਂ ਵਿਚਾਰ ਕੀਤੀ ਸੀ ਅਤੇ ਇਸ ਵੀਡੀਓ ਦੇ ਵਿੱਚ ਆਪਾਂ 11ਵੇਂ ਸ਼ੇਰ ਤੋਂ ਵਿਚਾਰ ਜਿਹੜੀ ਆ ਸ਼ੁਰੂ ਕਰਾਂਗੇ। ਬੇਵਜ੍ਹਾ ਹਮ तो खुद नहीं चाहते कि जंग हो, उससे लड़ेंगे लड़ने की जिसको उमंग हो, ठोकर से फेंक देंगे जो रस्ते में संग हो। इथे संग दा मतलब संगी नहीं, संग दा मतलब है पत्थर। सर इसका काट लेंगे कहा जिसने तंग हो, खून रेंजी वरना खलक की हमको कब हमको बाती है, शेरों की फौज कह दे तू कासिद के जाती है। ਇੱਥੇ ਗੁਰੂ ਸਾਹਿਬ ਦੇ ਵਿਚਾਰ ਜਿਹੜੇ ਹੈ ਉਹ ਅੱਲਾ ਯਾਰ ਖਾਂ ਜੋਗੀ ਇਸ ਤਰ੍ਹਾਂ ਪ੍ਰਗਟ ਕਰਦੇ ਆਪਣੇ 11ਵੇਂ ਸ਼ੇਰ ਦੇ ਵਿੱਚ ਕਿ ਅਸੀਂ ਤੇ ਖੁਦ ਹੀ ਨਹੀਂ ਚਾਹੁੰਦੇ ਕਿ ਕੋਈ ਕਿਸੇ ਪ੍ਰਕਾਰ ਦੀ ਜੰਗ ਲੜਾਈ ਕੋਈ ਯੁੱਧ ਹੋਵੇ। ਅਸੀਂ ਤੇ ਖੁਦ ਹੀ ਨਹੀਂ ਚਾਹੁੰਦੇ ਕਿ ਖਲਕਤ ਦਾ ਖੂਨ ਵਹੇ। ਸਾਨੂੰ ਲੋਕਾਂ ਦਾ ਖੂਨ ਹੋਣਾ ਪਹਿਲਾਂ ਹੀ ਕਦੋਂ ਚੰਗਾ ਲੱਗਦਾ ਹੈ। ਅਸੀਂ ਤੇ ਉਸ ਦੇ ਨਾਲ ਲੜਾਂਗੇ ਜਿਸ ਨੂੰ ਲੜਨ ਦੀ ਉਮੰਗ ਹੈ, ਜਿਹਦੇ ਮਨ ਦੇ ਵਿੱਚ ਲੜਨ ਦਾ ਬਾਹਲਾ ਚਾਅ ਹੈ, ਉਹਦੇ ਨਾਲ ਅਸੀਂ ਲੜਾਂਗੇ ਤੇ ਉਸ ਨੂੰ ਅਸੀਂ ਠੋਕਰ ਦੇ ਨਾਲ ਪਰਾਂ ਕਰਕੇ ਸੁੱਟ ਦੇਵਾਂਗੇ ਜਿਹੜਾ ਪੱਥਰ ਬਣ ਕੇ ਸਾਡੇ ਰਾਹ ਦਾ ਰੋੜਾ ਬਣ ਕੇ ਆਵੇਗਾ। ਕਿਉਂਕਿ ਧਰਮ ਦੇ ਰਸਤੇ ਦੇ ਵਿੱਚ ਰੋੜਾ ਕੇਵਲ ਪਾਪ ਹੀ ਬਣ ਸਕਦਾ ਤੇ ਪਾਪ ਨੂੰ ਗੁਰੂ ਸਾਹਿਬ ਕਹਿੰਦੇ ਕਿ ਜਿਹੜਾ ਪੱਥਰ ਬਣ ਕੇ ਆਵੇਗਾ ਉਸ ਨੂੰ ਠੋਕਰ ਸੇ ਫੇਂਕ ਦੇਂਗੇ। ਮਸ਼ਹੂਰ ਹੈ ਕਿ ਪਾਏ ਗਦਾ ਲੰਘ ਵੀ ਨਹੀਂ। ਇਹ ਗੱਲ ਸਪਸ਼ਟ ਹੈ ਕਿ ਸਾਡੇ ਪੈਰ ਜਿਹੜੇ ਹੈ ਉਹ ਫਕੀਰੀ ਵਾਲੇ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਲੰਗੜੇ ਹੋ ਗਏ हैं। पैर साढ़े साबित ने अपने लिए खुदा की जमीन तंग भी नहीं, लोगों से हमको आरजुए जंग भी नहीं, वरना कोई दलेरी में पासंग भी नहीं, मजबूर हो गए तो लड़ाई दिखाएंगे फिर तेगे खालसा की सफाई दिखाएंगे। 12वां शेर है ਅੱਲਾ ਯਾਰ ਖਾਂ ਜੋਗੀ ਜੀ ਇਹਦੇ ਅੰਦਰ ਜ਼ਿਕਰ ਕਰਦੇ ਹੈ ਕਿ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਅਸੀਂ ਜੇਕਰ ਧਰਮ ਦੇ ਰਸਤੇ ਤੇ ਤੁਰੇ ਹਾਂ ਤੇ ਜਿਹੜਾ ਮਰਜ਼ੀ ਆ ਕੇ ਸਾਡੇ ਨਾਲ ਧੱਕਾ ਕਰ ਜਾਵੇ, ਸਿੱਖਾਂ ਦੇ ਨਾਲ ਜਾਂ ਧਰਮ ਦੇ ਨਾਲ ਧੱਕਾ ਕਰ ਜਾਵੇ। ਧਰਮ ਦੇ ਉੱਪਰ ਚੱਲਣ ਦੇ ਨਾਲ ਨਾਲ ਅਸੀਂ ਮੀਰੀ ਦਾ ਖਿਆਲ, ਪਾਤਸ਼ਾਹੀ ਦਾ ਖਿਆਲ ਜਿਹੜਾ ਹੈ ਉਹ ਪਹਿਲਾਂ ਤੋਂ ਹੀ ਰੱਖਿਆ ਹੋਇਆ ਹੈ। ਇਸ ਕਰਕੇ ਸਾਡੇ ਪੈਰ ਅੱਜ ਵੀ ਲੰਗੜੇ ਨਹੀਂ ਹੋਏ। ਸਾਡੇ ਲਈ ਜਿਹੜਾ ਪ੍ਰਮਾਤਮਾ ਦੀ ਬਣਾਈ ਹੋਈ ਇਹ ਜ਼ਮੀਨ ਧਰਤੀ ਜਿਹੜੀ ਹੈ ਉਹ ਕੋਈ ਛੋਟੀ ਨਹੀਂ ਹੈ। ਸਾਡਾ ਦਿਲ ਵੀ ਵਿਸ਼ਾਲ, ਹਿਰਦਾ ਵੀ ਵਿਸ਼ਾਲ ਹੈ। ਇਸੇ ਤਰ੍ਹਾਂ ਸਾਡੇ ਲਈ ਇਹ ਜ਼ਮੀਨ ਵੀ ਬੜੀ ਵਿਸ਼ਾਲ ਹੈ। ਸਾਨੂੰ ਲੋਕਾਂ ਦੇ ਨਾਲ ਕਿਸੇ ਪ੍ਰਕਾਰ ਦੀ ਜੰਗ ਇੱਛਾ ਨਹੀਂ ਹੈ, ਵਰਨਾ ਕੋਈ ਦਲੇਰੀ ਮੇ ਪਾਸੰਗ ਨਹੀਂ ਤੇ ਸਾਡੀ ਦਲੇਰੀ ਦੇ ਵਿੱਚ ਕਿਹੜਾ ਕੋਈ ਕਮੀ ਹੈ। ਤੁਸੀਂ ਅਨੰਦਪੁਰ ਦੇ ਕਿਲੇ ਨੂੰ ਪਿਛਲੇ ਕਈ ਮਹੀਨਿਆਂ ਤੋਂ ਘੇਰ ਕੇ ਦੇਖ ਚੁੱਕੇ ਹੋ। ਅੱਗੇ ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਕਿ ਗੁਰੂ ਸਾਹਿਬ ਫਰਮਾਉਂਦੇ ਕਿ ਜੇਕਰ ਤੁਸੀਂ ਸਾਨੂੰ ਮਜਬੂਰ ਕਰੋਗੇ ਤੇ ਫੇਰ ਅਸੀਂ ਲੜਾਈ ਦਿਖਾਵਾਂਗੇ ਤੁਹਾਨੂੰ, ਫਿਰ ਅਸੀਂ ਖਾਲਸੇ ਦੀ ਤੇਗ ਦੇ ਜਿਹੜੇ ਹੈ ਉਹ ਯੌਰ ਖਾਲਸੇ ਦੀ ਤੇਗ ਦੀ ਸਫਾਈ ਜਿਹੜੀ ਉਹ ਤੁਹਾਨੂੰ ਦਿਖਾਵਾਂਗੇ। 13ਵੇਂ ਸ਼ੇਰ ਦੇ ਅੰਦਰ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਆ ਕਿ ਦੇਖਾ ਉਦੂ ਨੇ ਕਿਲਾ ਨਾ ਮਿਲੇਗਾ ਸ਼ੋਰ ਸੇ, ਬਿਫरेंगे और शेर संगालों के शोर से। ਦੁਸ਼ਮਣ ਨੇ ਇਹ ਗੱਲ ਜਿਹੜੀ ਹੈ ਉਹ ਪੱਕੀ ਕਰ ਲਈ ਹੈ ਕਿ ਧੱਕੇ ਦੇ ਨਾਲ, ਯੋਰ ਦੇ ਨਾਲ ਆਨੰਦਪੁਰ ਦਾ ਕਿਲਾ ਨਹੀਂ ਮਿਲਣਾ। ਇਸ ਕਰਕੇ ਹੁਣ ਉਹ ਨੀਵੇਂ ਹੋ ਗਏ ਹੈ। ਬਿਫरेंगे और शेर संगालों के शोर से, ਗਿੱਦੜ ਦੇ ਸ਼ੋਰ ਦੇ ਨਾਲ ਕਦੇ ਸ਼ੇਰ ਜਿਹੜੇ ਉਹ ਡਰਦੇ ਨਹੀਂ ਹੁੰਦੇ। ਬੀਂਕਾ ਨਾ ਬਾਲ ਹੋਗਾ ਸੁਲੇਮਾਨ ਕਾ ਮੋਰ ਸੇ, ਸੁਲੇਮਾਨ ਦਾ ਮਤਲਬ ਹੈ ਸੁਲੇਮਾਨ ਭਾਵ ਪਰਮਾਤਮਾ, ਮੋਰ ਦਾ ਅਰਥ ਇੱਥੇ ਕੀੜੀ ਹੈ। ਇੱਥੇ ਅੱਲਾ ਯਾਰ ਖਾਂ ਜੋਗੀ ਜੀ ਇਹ ਬਿਆਨ ਕਰਦੇ ਹੈ ਕਿ ਗੁਰੂ ਸਾਹਿਬ ਇੱਕ ਲਲਕਾਰ ਜਿਹੜੀ ਹੈ ਉਹ ਦੁਸ਼ਮਣ ਨੂੰ ਮਾਰ ਰਹੇ ਕਿ ਤੁਹਾਨੂੰ ਤੇ ਪਹਿਲਾਂ ਹੀ ਸਮਝ ਜਾਣਾ ਚਾਹੀਦਾ ਸੀ ਕਿ ਕਦੇ ਵੀ ਜਿਹੜਾ ਆਨੰਦਪੁਰ ਦਾ ਕਿਲਾ ਵਾ ਇਹ ਜ਼ੋਰ ਦੇ ਨਾਲ ਤੁਹਾਨੂੰ ਨਹੀਂ ਮਿਲਣ ਵਾਲਾ। ਕਦੀ ਸ਼ੇਰ ਜਿਹੜੇ ਹੈ ਉਹ ਗਿੱਦੜਾਂ ਤੋਂ ਨਹੀਂ ਡਰਿਆ ਕਰਦੇ ਤੇ ਕਦੇ ਕੀੜੀ ਦੇ ਕੋਲੋਂ ਸੁਲੇਮਾਨ ਦਾ ਸਭ ਤੋਂ ਵੱਡੇ ਤਾਕਤਵਰ ਪਾਤਸ਼ਾਹ ਦਾ ਵਾਲ ਜਿਹੜਾ ਹੈ ਉਹ ਵਿੰਗਾ ਨਹੀਂ ਹੋ ਸਕਦਾ। ਤੁਸੀਂ ਤੇ ਕੀੜੀਆਂ ਵਰਗੇ ਜੇ, ਭਾਵੇਂ ਤੁਹਾਡੀ ਗਿਣਤੀ ਜਿੰਨੀ ਮਰਜ਼ੀ ਹੋਵੇ, ਕੀੜੀਆਂ ਨੇ ਰਹਿਣਾ ਤੇ ਕੀੜੀਆਂ ਹੀ ਹੈ ਨਾ। वाकिफ थे सतगुरु दिल आयदा के चोर से, मिलकर दुआ करेंगे ये वायदे के रंग में, समझेंगे हम भी क्या हुआ मैदाने जंग में।
ਜੋਗੀ ਜੀ ਲਿਖਦੇ ਹੈ ਕਿ ਗੁਰੂ ਸਾਹਿਬ ਵਾਕਿਫ ਸੀ ਕਿ ਦੁਸ਼ਮਣ ਦੇ ਦਿਲ ਦੇ ਵਿੱਚ ਕੀ ਹੈ। ਕਹਿਣ ਦਾ ਭਾਵ ਇਹ ਹੈ ਕਿ ਅੱਲਾ ਯਾਰ ਖਾਂ ਜੋਗੀ ਜੀ ਇੱਥੇ ਸਪਸ਼ਟ ਕਰ ਰਹੇ ਹੈ ਕਿ ਦੁਸ਼ਮਣ ਮਗਰ ਹਮਲਾ ਕਰਨ ਦੀ ਤਿਆਰੀ ਦੇ ਵਿੱਚ ਹੈ, ਤੇ ਗੁਰੂ ਸਾਹਿਬ ਇਸ ਗੱਲ ਨੂੰ ਜਾਣਦੇ ਕਿ ਉਹਨਾਂ ਦੀਆਂ ਕਸਮਾਂ, ਉਹਨਾਂ ਦੀਆਂ ਸਹੁੰਆਂ ਜਿਹੜੀਆਂ ਉਹ ਬਿਲਕੁਲ ਝੂਠੀਆਂ ਨੇ ਤੇ ਝੂਠੀਆਂ ਸਾਬਤ ਹੋ ਜਾਣੀਆਂ। ਇਸ ਕਰਕੇ ਗੁਰੂ ਜੀ ਇੱਥੇ ਫਰਮਾਨ ਕਰਦੇ ਹੈ ਕਿ ਅਸੀਂ ਸਾਰੇ ਮਿਲ ਕੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਹੋਏ ਉਹਦੇ ਹੁਕਮ ਨੂੰ ਮੰਨਾਂਗੇ, ਤੇ ਜੇਕਰ ਜੰਗ ਹੁੰਦੀ ਹੈ ਤੇ ਅਸੀਂ ਵੀ ਅੱਗੋਂ ਤਿਆਰ ਹਾਂ, ਅਸੀਂ ਵੀ ਦੇਖਾਂਗੇ ਮੈਦਾਨ ਦੇ ਜੰਗ ਦੇ ਵਿੱਚ ਹੁੰਦਾ ਕੀ। तारों की शाओं किले से सतगुर रवां हुए, कस के कमर सवार थे सारे जवां हुए, आगे लिए निशान कई शेरे यहाँ हुए, कुछ पीछे जान निसार गुरु दरमियां हुए, चारों पिसर हजूर के हमरा सवार थे, जोरावर और फतेह अजीत और जुजार थे। ਇਹ 14ਵਾਂ ਸ਼ੇਅਰ ਹੈ ਜੀ, ਜਿਹਦੇ ਅੰਦਰ ਅੱਲਾ ਯਾਰ ਖਾਂ ਜੋਗੀ ਜੀ ਨੇ ਕਿਹਾ ਕਿ ਇਸ ਤਰ੍ਹਾਂ ਆਪਣੇ ਸਿੰਘਾਂ ਦੇ ਨਾਲ ਵਿਚਾਰਾ ਕਰਨ ਤੋਂ ਬਾਅਦ ਅਖੀਰ ਤੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਆਨੰਦਪੁਰ ਦੇ ਕਿਲੇ ਨੂੰ ਹੁਣ ਛੱਡ ਦੇਣਾ ਚਾਹੀਦਾ ਹੈ, ਕਿਉਂਕਿ ਦੁਸ਼ਮਣ ਅਖੀਰ ਤੇ ਕਸਮਾਂ ਖਾਣ ਤੇ ਉਤਰ ਆਇਆ ਹੈ, ਝੁਕ ਚੁੱਕਿਆ ਹੈ। ਹੁਣ ਦੁਸ਼ਮਣ ਸਾਡਾ, ਹੁਣ ਇਹਦੇ ਨਾਲ ਕੋਈ ਲੜਨ ਦਾ ਕੋਈ ਕਿਸੇ ਪ੍ਰਕਾਰ ਦਾ ਸਾਡਾ ਕੋਈ ਨਿਸ਼ਾਨਾ ਨਹੀਂ ਹੈ ਕਿ ਅਸੀਂ ਇਹਨਾਂ ਦੇ ਨਾਲ ਲੜਾਈ ਕਰੀਏ। ਇਸ ਤਰ੍ਹਾਂ ਤਾਰਾਂ ਦੀ ਛਾਂ, ਤਾਰਿਆਂ ਦੀ ਛਾਏ, ਰਾਤ ਦੇ ਹਨੇਰੇ ਦੇ ਵਿੱਚ ਆਨੰਦਪੁਰ ਦਾ ਕਿਲਾ ਛੱਡ ਕੇ ਗੁਰੂ ਸਾਹਿਬ ਉੱਥੋਂ ਰਵਾਨਾ ਹੁੰਦੇ ਹੈ। ਆਪਣੇ ਕਮਰ ਦੇ ਵਿੱਚ ਖੰਜਰ ਆਦਿਕ ਹਥਿਆਰ ਸਜਾਉਂਦੇ ਹੈ ਅਤੇ ਸਾਰੇ ਹੀ ਜਵਾਨ ਆਪਣੇ ਨਾਲ ਉਹਨਾਂ ਨੂੰ ਜੋ ਵੀ ਕੋਈ ਸਾਜੋ ਸਮਾਨ, ਹਥਿਆਰ ਦਾ ਜੰਗੀ ਸਮਾਨ ਜਿਹੜਾ ਮਿਲਦਾ ਹੈ, ਕਿਰਪਾਨਾਂ, ਢਾਲਾਂ, ਬਰਸ਼ੇ, ਤੀਰਾਂ ਦੇ ਪੱਥੇ, ਜੋ ਕੁਝ ਮਿਲਦਾ ਹੈ ਉਹ ਆਪਣੇ ਨਾਲ ਤਿਆਰ ਕਰਕੇ ਤੇ ਉੱਥੋਂ ਤੁਰਦੇ ਹਨ। ਗੁਰੂ ਸਾਹਿਬ ਸਾਰਿਆਂ ਦੇ ਦਰਮਿਆਨ, ਭਾਵ ਕਿ ਸਾਰਿਆਂ ਦੇ ਵਿਚਕਾਰ ਹੋ ਕੇ ਚੱਲਦੇ ਹੈ, ਤੇ ਬਾਕੀ ਸਾਰੇ ਜਿਹੜੇ ਨੌਜਵਾਨ ਹੈ, ਸਤਿਗੁਰਾਂ ਦੇ ਸਿੱਖ ਯੋਧੇ ਸੇਵਕ ਹੈ, ਉਹ ਕੁਝ ਅੱਗੇ ਅਤੇ ਕੁਝ ਪਿੱਛੇ ਇਸ ਤਰ੍ਹਾਂ ਰਖਵਾਲੇ ਬਣ ਕੇ ਚੱਲਦੇ। ਚਾਰੋਂ ਹੀ ਪਿਸਰ, ਗੁਰੂ ਸਾਹਿਬ ਦੇ ਚਾਰੇ ਪਿਸਰ ਜਿਹੜੇ ਹੈ, ਚਾਰੇ ਸਪੂਤ ਜਿਹੜੇ ਹੈ, ਜ਼ੋਰਾਵਰ, ਫਤਿਹ ਸਿੰਘ, ਅਜੀਤ ਸਿੰਘ ਤੇ ਜੁਝਾਰ ਸਿੰਘ, ਇਹ ਗੁਰੂ ਸਾਹਿਬ ਦੇ ਨਾਲ ਆਨੰਦਪੁਰ ਦੇ ਕਿਲੇ ਚੋਂ ਨਿਕਲਦੇ। ਸਿੰਘੋਂ ਕੀ ਮਾਏ ਸਾਥ ਥੀ ਸਤਿਗੁਰ ਕੀ ਮਾਂ ਕੇ ਸਾਥ, थी हम रकाब शेरनी शेरे यहाँ के साथ, गर्ज के कूच कर दिया कुल खानदान के साथ, हुक्म बा वफा मुरीद थे पीरे जमां के साथ। बा वफा मुरीद का मतलब है जी हुक्म नूं पालन वाले। ਸਿੰਘੋਂ की माए साथ थी सतगुर की मां के साथ, माता गुजरी ਦੇ ਨਾਲ ਸਿੰਘਾਂ ਦੀਆਂ ਮਾਤਾਵਾਂ, ਗੁਰੂ ਸਾਹਿਬਾਨ ਦੇ ਮਹਿਲ ਸਾਰੇ ਹੀ ਇਸ ਤਰ੍ਹਾਂ ਮਾਤਾ ਗੁਜਰੀ ਜੀ ਦੇ ਨਾਲ ਜਿਹੜੇ ਹੈ ਉਹ ਚੱਲਦੇ ਪਏ ਹੈ। ਇੱਥੇ ਇਸ ਤਰ੍ਹਾਂ ਲਿਖਦੇ ਪਏ ਹੈ ਕਿ ਜਿਸ ਤਰ੍ਹਾਂ ਸ਼ੇਰੇ ਜਿਹਾ ਜਿੰਦਾ ਹੋਇਆ ਸ਼ੇਰ ਤੇ ਉਸ ਦੇ ਨਾਲ ਸ਼ੇਰਨੀਆਂ ਚੱਲਦੀਆਂ ਪਈਆਂ ਨੇ। ਗਰਜੇ ਕੇ ਕੂਚ ਕਰ ਦਿਆ ਕੁੱਲ ਖਾਨਦਾਨ ਕੇ ਸਾਥ, ਗਰਜ ਕੇ ਇੱਕ ਜੈਕਾਰਾ ਗਜਾ ਕੇ ਸਿੰਘਾਂ ਨੇ ਉੱਥੋਂ ਕੂਚ ਕਰ ਦਿੱਤਾ ਹੈ। ਬਹੁਤ ਸਾਰੇ ਬਾਵਫਾ ਹੁਕਮ ਨੂੰ ਪਾਲਣ ਵਾਲੇ ਮੁਰੀਦ ਜਿਹੜੇ ਹੈ ਉਹ ਵੀ ਸਤਿਗੁਰੂ ਜੀ ਦੇ ਨਾਲ ਨੇ। सतगुर जहाँ पर अपना पसीना गिराते थे, सिंह उस जगह पर अपना लहू तक बहाते थे। गुरु के सिंह जिहड़े है वो गुरु साहिब दे हुक्म दे विच, परमात्मा दी रजा दे विच इन्ना क ज़्यादा राजी रहना सिख चुके है हुण तक कि जिथे गुरु साहिब अपना पसीना भी वहाउंदे है, ਸਿੰਘਾਂ ਦਾ ਇੰਨਾ क ज़्यादा प्यार अपने गुरु लई कि सिंह उत्थे लहू तक वहाउण लई तैयार रहिंदे है। देखा फर्श पर इस घड़ी आली जनाब को, पाबोसियों की पड़ गई हर शैखो साहब को। पाबोसियों का मतलब होता है जी पैर चुमना, ते फर्श का मतलब है घोड़ा। जिथे सच्ची सरकार का घोड़ा आली जनाब परमात्मा दे रूप उस दशमेश पातशाह का घोड़ा गुरु दे सेवकां ने देखिया, उत्थे ही हर शैखो साहब भाव के बुढ़े ते जवान, हर जवान ते हर बजुर्ग सिख दे मन दे विच शरधा प्रगट हुंदी है कि भज के गुरु साहिब दे रकाब नूं, पैरां नूं जाके चुम्या जावे। कदमों को चूमता था कोई सिख रकाब को, घेरा हुआ सितारों ने था महताब को। जलवा जो था फलक पर वही था जहान पर। फलक का मतलब इत्थे आसमान है जी। पहुंची हुई थी रन की जमीन आसमान पर। जंग का मैदान बड़े लंबे समय तो बनिया होने करके जिहड़ा मैदान का घटा है, मिट्टी है, ਉਹ ਉੱਪਰ ਅਸਮਾਨ ਤੱਕ ਪਹੁੰਚੀ ਹੋਈ ਹੈ। ਸਾਰੇ ਪਾਸੇ ਪੋਹ ਦੀ ਧੁੰਦ ਵੀ ਜਿਹੜੀ ਹੈ ਉਹ ਛਾਈ ਹੋਈ ਹੈ। ਤੇ ਇੱਥੇ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਕਿ ਜਿਹੜਾ ਅਸਮਾਨ ਤੇ ਨਜ਼ਾਰਾ ਹੈ, ਸਿਤਾਰੇ ਅਤੇ ਉਹਨਾਂ ਦੇ ਵਿਚਕਾਰ ਚੰਦਰਮਾ ਤੁਰਿਆ ਜਾ ਰਿਹਾ ਹੈ,
ਉਹੀ ਨਜ਼ਾਰਾ ਧਰਤੀ ਦੇ ਜ਼ਮੀਨ ਦੇ ਉੱਪਰ ਹੈ ਕਿ ਜਿਸ ਤਰ੍ਹਾਂ ਚੰਦਰਮਾ ਨੂੰ ਤਾਰਿਆਂ ਨੇ ਵੱਖ-ਵੱਖ ਲਾਈਨਾਂ ਦੇ ਵਿੱਚ ਘੇਰਿਆ ਹੁੰਦਾ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਆਲੇ ਦੁਆਲੇ ਉਹਨਾਂ ਦੇ ਵੱਖ-ਵੱਖ ਸਿੱਖ ਜਿਹੜੇ ਆ ਉਹ ਤੁਰੇ ਜਾ ਰਹੇ। होने को अन करीब शहर का ज़हूर था, सब मिट चुके थे सुबह के तारे पर नूर था। ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਕਿ ਇਦਾਂ ਆਨੰਦਪੁਰ ਦੇ ਕਿਲੇ ਦੇ ਵਿੱਚੋਂ ਜਦੋਂ ਸਿੱਖ ਨਿਕਲੇ ਐ ਤੇ ਉਹਨਾਂ ਨੂੰ ਤੁਰੇ ਆਉਂਦਿਆਂ ਜਿਹੜਾ ਹੈ ਉਹ ਲਗਭਗ ਤੜਕਾ ਹੋ ਚੁੱਕਿਆ ਹੈ। ਸਵੇਰ ਦਾ ਤਾਰਾ ਜਿਹਨੂੰ ਆਪਾਂ ਅੰਮ੍ਰਿਤ ਵੇਲੇ ਦਾ ਤਾਰਾ ਵੀ ਕਹਿੰਦੇ, ਅੰਮ੍ਰਿਤ ਵੇਲੇ ਜਿਹੜੇ ਅਸਮਾਨ ਨਾਲ ਦੇਖੀਏ ਨਾ ਤੇ ਇੱਕ ਹੋਰ ਤਾਰਾ ਜਿਹੜਾ ਹੈ ਉਹ ਉੱਗ ਪੈਂਦਾ ਜਦੋਂ ਲਗਭਗ ਬਹੁਤ ਫੁੱਟਣੀ ਸ਼ੁਰੂ ਹੁੰਦੀ ਹੈ, ਤੇ ਰਾਤ ਦੇ ਤਾਰੇ ਜਿਹੜੇ ਉਹ ਲਗਭਗ ਛਿਪ ਚੁੱਕੇ ਐ। ਇਸ ਤਰ੍ਹਾਂ ਸਵੇਰ ਦਾ ਪ੍ਰਗਟਾ ਹੋਣ ਵਾਲਾ ਹੈ ਤੇ ਉਸ ਸਾਰੇ ਵਾਤਾਵਰਨ ਨੂੰ ਸ਼ੇਰਾਂ ਦੇ ਰਾਹੀਂ ਬੜਾ ਹੀ ਸੋਹਣਾ ਬਿਆਨ ਜਿਹੜਾ ਅੱਲਾ ਯਾਰ ਖਾਂ ਜੋਗੀ ਜੀ ਨੇ ਕੀਤਾ ਹੈ। ਪਤਾਲ ਕਰ ਚੁੱਕਾ ਸ਼ਹਿ ਮਸ਼ਰਿਕ ਅਬੂਰ ਥਾ, ਪੂਰਬ ਦਾ ਬਾਦਸ਼ਾਹ ਭਾਵ ਕਿ ਸੂਰਜ ਜਿਹੜਾ ਹੈ ਉਹ ਚੜ੍ਹਨ ਦੀ ਤਿਆਰੀ ਦੇ ਵਿੱਚ ਹੈ। ਥੋੜਾ ਮੁਕਾਮ ਉਫਕ ਸੇ ਖੁਰਸ਼ੈਦ ਦੂਰ ਥਾ, ਅਸਮਾਨ ਦੇ ਕਿਨਾਰੇ ਤੋਂ ਥੋੜਾ ਜਿਹਾ ਸੂਰਜ ਜਿਹੜਾ ਉਹ ਦੂਰ ਰਹਿ ਗਿਆ, ਭਾਵ ਕਿ ਸੂਰਜ ਹੁਣ ਚੜ੍ਹਨ ਵਾਲਾ ਹੈ ਥੋੜੇ ਸਮੇਂ ਤੱਕ। फीका फलक था चांद था नानक के चांद से, चेहरे उड़े हुए थे सितारों से, सितारों थे मांद से। ਅਸਮਾਨ ਦਾ ਚੰਦਰਮਾ ਜਿਹੜਾ ਹੈ ਉਹ ਨਾਨਕ ਦੇ ਚੰਦਰਮਾ ਦੇ ਸਾਹਮਣੇ ਇੱਥੇ ਇੱਕ ਤਰ੍ਹਾਂ ਦਾ ਉਹਨਾਂ ਨੇ ਅਲੰਕਾਰ ਵਰਤਿਆ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ 10ਵੇਂ ਸਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਨ ਨੂੰ ਅਸਮਾਨ ਦੇ ਧਰਤੀ ਦੇ ਚੰਦ ਹੈ ਤੇ ਅਸਮਾਨ ਦਾ ਚੰਦਰਮਾ ਇਸ ਧਰਤੀ ਦੇ ਚੰਦਰਮਾ ਨਾਨਕ ਦੇ ਇਸ ਚੰਦਰਮਾ ਦੇ ਸਾਹਮਣੇ ਫਿੱਕਾ ਪੈ ਰਿਹਾ ਹੈ। ਤੇ ਇਸੇ ਤਰ੍ਹਾਂ ਚਿਹਰੇ ਉੜੇ ਹੋਏ ਥੇ ਸਿਤਾਰੋਂ ਥੇ ਮਾਂਦ ਸੇ, ਸਿਤਾਰੇ ਜਿਹੜੇ ਹੈ ਉਹ ਗੁਰੂ ਨਾਨਕ ਦੇ ਗਿਆਨ ਦੀ ਜੋ ਰੋਸ਼ਨੀ ਦੇ ਸਾਹਮਣੇ ਜਿਹੜੇ ਉਹ ਮੱਧਮ ਪੈ ਰਹੇ। मशरकी सिमत इतने में पौ फूटने लगी, महताबी रुख पर चांद के फिर छूटने लगी, ज़ौज़ा के साथ कौसे फलक टूटने लगी, लुत्फ़े नसीम खलके खुदा लूटने लगी, उतरा हुआ अरूसे फलक का सिंगार था, गुम कहकशां के सीने से 9 ਲੱਖਾ हार था। ਇਹਦੇ ਵਿੱਚ ਅੱਲਾ ਯਾਰ ਖਾਂ ਜੋਗੀ ਜੀ ਨੇ ਵੱਖ-ਵੱਖ ਤਾਰਿਆਂ ਦਾ ਨਾਮ ਲਿਆ ਹੈ। ਜਿਸ ਤਰ੍ਹਾਂ ਅਸਮਾਨ ਦਾ ਇੱਕ ਤਾਰਿਆਂ ਦੀ ਲੜੀ ਬਣੀ ਹੁੰਦੀ ਹੈ, ਕਮਾਨ ਵਰਗੀ ਇੱਕ ਲੜੀ ਬਣੀ ਹੁੰਦੀ ਹੈ, ਅਸਮਾਨ ਦਾ ਇੱਕ ਬੁਰਜ ਜਿਹਨੂੰ ਜ਼ੌਜ਼ਾ ਤਾਰਾ ਕਿਹਾ ਜਾਂਦਾ ਹੈ, ਤੇ ਇਸੇ ਹੀ ਤਰ੍ਹਾਂ ਹੋਰ ਕਈ ਪ੍ਰਕਾਰ ਦੇ ਤਾਰੇ ਜਿਹੜੇ ਹੈ ਉਹ ਹੌਲੀ ਹੌਲੀ ਛਿਪਦੇ ਜਾ ਰਹੇ ਹੈ। ਮਸ਼ਰਿਕ ਕੀ ਸਿਮਤ ਇਤਨੇ ਮੇ ਪੌ ਫੂਟਣ ਲੱਗੀ, ਪੂਰਬ ਵੱਲ ਜਿਹੜੀ ਹੈ ਉਹ ਪੌ ਫੁੱਟਣ ਲੱਗ ਗਈ। ਮਹਿਤਾਬੀ ਰੁਖ ਪਰ ਚਾਂਦ ਕੇ फिर छूटने लगी, चंद दी रोशनी हौली हौली बुझन लगी, जौजा के साथ कौसे फलक टूटने लगी। इत्थे अल्लाह यार खां जोगी जी कहंदे कि आसमान दे मानो तीजे बुरज भाव के उच्चे आसमान दे विच तारियां दी बनी हुई कमान जिहड़ी है वो भी फिक्की पै रही है। लुत्फे नसीम खलके खुदा लूटने लगी, लोकां तक जिहड़ी सवेर दी ठंडी हवा है वो पहुंचण लगी। उतरा हुआ अरूसे फलक का सिंगार था, चंद्रमा इत्थे अरूसे फलक का मतलब आसमान की वोटी बनता, इहदा भाव अर्थ के चंद्रमा। गुम कहकशां के सीने से 9 ਲੱਖਾ हार था, बरीक तारियां दी लंबी गली आपां जदों आसमान नाल देखदे कि 4 तारे जिहड़े है उन्हां दे नाल एक चौथे एक नुक्कर वाले तारे चों 3 तारे होर एक साइड नूं निकलदे आ। साइंस इस नूं कोई होर नाम दिंदी है, वैसे इत्थे इन्हां ने गुम कहकशां के सीने से 9 ਲੱਖਾ भाव के आसमान दे सीने दे विचों ਤਾਰਿਆਂ ਦੀ ਇਹ ਲੰਬਾਈ ਰੂਪੀ ਹਾਰ ਜਿਹੜਾ ਹੈ ਉਹ ਗੁੰਮ ਹੋ ਚੁੱਕਿਆ ਹੈ। ਜ਼ੋਹਰਾ ਕੀ ਤਾਂਗ ਝਾਂਕ ਥੀ ਬੰਦ आसमान थे, ਜ਼ੋਹਰਾ तारा गायब था, मुश्तरी भी फलक की दुकान थे, बृहस्पति तारा झूमर भी उड़ चुका था सुरैया के कान से। नक्षत्र आसमान ਦਾ 6 ਤਾਰੇ ਜਿਹੜੇ ਹੁੰਦੇ ਆ, 6 ਤਾਰਿਆਂ ਦਾ ਨਛੱਤਰ। बढ़ने लगी शहर की सफेदी थी शान से, सफेदी भाव सफेदी, शहर ਦਾ मतलब सवेर। लेकर किरण का ताज था सूरज निकलने को, मशरिक से चशम नूर का अब था उबलने को। सूरज ਦੀ ਕਿਰਨ ਲੈ ਕੇ ਜਿਹੜਾ ਵਾ ਉਹ ਸੂਰਜ ਚੜ੍ਹਨ ਲੱਗਿਆ ਹੈ ਤੇ ਸਵੇਰ ਦੇ ਤਾਰੇ ਦੇ ਉੱਪਰ ਜਿਹੜਾ ਹੈ ਉਹ ਰੋਸ਼ਨੀ ਹੈ। ਇਸੇ ਤਰ੍ਹਾਂ ਪੂਰਬ ਵੱਲ ਜਿਹੜਾ ਹੈ ਉਹ ਚਾਨਣ ਹੋਣ ਲੱਗਿਆ ਤੇ ਸਾਰੇ ਤਾਰੇ ਜਿਹੜੇ ਜ਼ੋਹਰਾ ਤਾਰਾ, ਬ੍ਰਹਸਪਤ ਨਛੱਤਰ ਅਤੇ ਹੋਰ ਤਾਰੇ ਜਿਹੜੇ ਅਸਮਾਨ ਦੇ ਜਿਹੜੇ ਰਾਤ ਨੂੰ ਚਮਕਦੇ ਆ ਉਹ ਫਿੱਕੇ ਹੁੰਦੇ ਜਾ ਰਹੇ ਹੈ। ਇਸ ਤਰ੍ਹਾਂ ਆਨੰਦਪੁਰ ਦੇ ਕਿਲੇ ਤੋਂ ਲੈ ਕੇ ਗੁਰੂ ਸਾਹਿਬ ਲਗਾਤਾਰ ਤੁਰੇ ਆ ਰਹੇ ਹੈ ਤੇ ਤੜਕਾ ਹੋ ਚੁੱਕਿਆ ਹੈ। सतगुर अब आन पहुंचे थे सिरसा नदी के पास थे, चाहते बुझाएं वो 12 पहर की प्यास। स्नान करके और बदल के नया लिबास, वाहिगुरु का नाम जपें और करें सपास।
जप जी का जाप इस घड़ी करना जरूर था, पढ़ के ग्रंथ और बढ़ाना जरूर था। ਇੱਥੇ ਅੱਲਾ ਯਾਰ ਖਾਂ ਜੋਗੀ ਜੀ ਲਿਖਦੇ ਹੈ ਕਿ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਲੈ ਕੇ ਹੁਣ ਗੁਰੂ ਸਾਹਿਬ ਸਰਸਾ ਨਦੀ ਦੇ ਕੋਲ ਪਹੁੰਚ ਚੁੱਕੇ ਆ। ਇਸ ਤਰ੍ਹਾਂ ਤੜਕਾ ਹੋ ਚੁੱਕਿਆ ਹੈ ਤੇ ਗੁਰੂ ਸਾਹਿਬ ਜਦੋਂ ਸਰਸਾ ਨਦੀ ਦੇ ਨੇੜੇ ਪਹੁੰਚੇ ਆ, ਸਾਰੇ ਸਿੱਖ ਅਤੇ ਗੁਰੂ ਸਾਹਿਬ ਵੀ ਚਾਹੁੰਦੇ ਆ ਕਿ ਹੁਣ ਰਾਤ ਦੇ ਜਿਹੜੇ ਤੁਰੇ ਹੋਏ ਆ ਇੱਥੇ ਆ ਕੇ ਆਪਣਾ ਇਸ਼ਨਾਨ ਕੀਤਾ ਜਾਵੇ, ਲਿਬਾਸ ਬਦਲੇ ਜਾਣ ਅਤੇ ਆਪਣੀ ਪਿਆਸ ਜਿਹੜੀ ਹੈ ਉਹ ਸਰਸਾ ਨਦੀ ਦੇ ਪਾਣੀ ਦੇ ਨਾਲ ਬੁਝਾਈ ਜਾਵੇ। ਇਸ ਤਰੀਕੇ ਦੇ ਨਾਲ ਆਪਣਾ ਇਸ਼ਨਾਨ ਪਾਣ ਕਰਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਸੁਰਤੀ ਜੋੜੀ ਜਾਵੇ ਤੇ ਜਪਜੀ ਸਾਹਿਬ ਦਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ। ਇੱਥੇ ਜ਼ਰੂਰ ਸ਼ਬਦ ਵਰਤਨ ਦਾ ਭਾਵ ਇਹ ਹੈ ਕਿ ਗੁਰੂ ਸਾਹਿਬ ਸਪਸ਼ਟ ਕਰ ਰਹੇ ਹੈ, ਅੱਲਾ ਯਾਰ ਖਾਂ ਜੋਗੀ ਜੀ ਨੇ ਇਹ ਜ਼ਿਕਰ ਕੀਤਾ ਹੈ ਕਿ ਗੁਰੂ ਸਾਹਿਬ ਸਪਸ਼ਟ ਕਰ ਰਹੇ ਹੈ ਕਿ ਨਿਤਨੇਮ ਜਿਹੜਾ ਹੈ ਉਹ ਹਰ ਸਿੱਖ ਦੇ ਲਈ ਕਿੰਨਾ ਜ਼ਰੂਰੀ। ਇੱਥੇ ਤੁਸੀਂ ਨੋਟ ਕਰੋ ਕਿ ਆਨੰਦਪੁਰ ਮਗਰ ਫੌਜ ਚੜੀ ਆ ਰਹੀ ਹੈ, ਅੱਗੇ ਸਰਸਾ ਦਾ ਹੜ ਆਇਆ ਹੋਇਆ ਹੈ, ਕਿੱਧਰ ਨੂੰ ਨਿਕਲ ਕੇ ਜਾਣਾ ਹੈ ਇਹ ਮਤਲਬ ਕੋਈ ਸਮਝ ਤੋਂ ਬਾਹਰ ਹੈ। ਤੇ ਐਸੇ ਸਮੇਂ ਦੇ ਵਿੱਚ ਭਾਵ ਕਿ ਇਸ ਤੋਂ ਵੱਧ ਮੁਸ਼ਕਲ ਦਾ ਸਮਾਂ ਸਾਡੇ ਲਈ ਤੇ ਨਹੀਂ ਨਾ ਆਉਂਦਾ, ਤੇ ਐਸੇ ਮੁਸ਼ਕਲ ਭਰੇ ਸਮੇਂ ਦੇ ਵਿੱਚ ਵੀ ਗੁਰੂ ਸਾਹਿਬ ਨਿਤਨੇਮ ਕਰਕੇ ਸਿੱਖਾਂ ਨੂੰ ਇਹ ਹੁਕਮ ਕਰ ਰਹੇ ਇੱਕ ਤਰ੍ਹਾਂ ਕਿ ਭਾਈ ਜੋ ਮਰਜ਼ੀ ਹੋ ਜਾਵੇ ਸਾਨੂੰ ਨਿਤਨੇਮ ਨਹੀਂ ਛੱਡਣਾ ਚਾਹੀਦਾ। जप जी का जाप इस घड़ी करना जरूर था, पढ़ के ग्रंथ और बढ़ाना जरूर था। नाम दी मस्ती गुरु ग्रंथ साहिब दी बाणी नूं पढ़ के जिहड़ा है वो जप जी साहिब दा जाप करके बहुत जरूरी है कि अपने चेहरे दे उपर नाम दी मस्ती नूं चाढ़िया जावे, जिहड़ी मस्ती दे नाल होर सारियां मस्तियां फिक्कियां पै जांदियां। ਇਹ ਅੱਜ ਦੇ 11 ਤੋਂ ਲੈ ਕੇ 20 ਨੰਬਰ ਸ਼ੇਅਰ ਤੱਕ ਦੀ ਜਿਹੜੀ ਵਿਆਖਿਆ ਆਪਾਂ ਨੇ ਵਿਚਾਰ ਕੀਤੀ ਹੈ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਦੇ ਸ਼ੇਅਰਾਂ ਦੀ ਵੀ ਇਦਾਂ ਆਪਾਂ ਲਗਾਤਾਰ ਵਿਚਾਰ ਕਰਦੇ ਰਹਿਣਾ ਹੈ। ਸੋ ਤੁਹਾਨੂੰ ਇਹ ਵੀਡੀਓ ਅਤੇ ਵਿਚਾਰ ਕਿਸ ਤਰ੍ਹਾਂ ਦੀ ਲੱਗੀ? ਵਿਚਾਰ ਦੇ ਦੌਰਾਨ ਕਈ ਪ੍ਰਕਾਰ ਦੀਆਂ ਗਲਤੀਆਂ ਜਿਹੜੀਆਂ ਉਹ ਹੋ ਜਾਂਦੀਆਂ ਕਿਉਂਕਿ ਫਾਰਸੀ ਦੀਆਂ ਕਵਿਤਾਵਾਂ ਨੇ, ਇਹ ਫਾਰਸੀ ਭਾਸ਼ਾ ਦੇ ਸ਼ਬਦਾਂ ਨੂੰ ਪੰਜਾਬੀ ਦੇ ਵਿੱਚ ਟਰਾਂਸਲੇਸ਼ਨ ਕਰਨਾ ਜਿੰਨੀ ਕੁ ਮੈਨੂੰ ਸਮਝ ਮੈਂ ਆਪਣੇ ਅਨੁਸਾਰ ਕਰਦਾ। ਜੇ ਕਿਤੇ ਕੋਈ ਭੁਲੇਖਾ ਪੈਂਦਾ ਹੈ, ਗਲਤੀ ਹੁੰਦੀ, ਤੁਹਾਨੂੰ ਉਹਦੇ ਬਾਰੇ ਪਤਾ ਲੱਗਦਾ ਹੈ, ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ ਤਾਂ ਕਿ ਉਸ ਤੋਂ ਬਾਅਦ ਜਿਹੜਾ ਕੋਈ ਵੀਡੀਓ ਨੂੰ ਦੇਖੇਗਾ ਉਹ ਉਸ ਗਲਤੀ ਤੋਂ ਜਾਣੂ ਹੋ ਸਕੇਗਾ ਕਿ ਵੀਡੀਓ ਦੇ ਵਿੱਚ ਗਲਤੀ ਹੋਈ ਹੈ, ਪਰ ਕਮੈਂਟ ਦੇ ਵਿੱਚ ਜਾ ਕੇ ਉਹ ਪੜ੍ਹ ਸਕੇਗਾ ਕਿ ਇਹ ਅਸਲ ਦੇ ਵਿੱਚ ਇਸ ਸ਼ਬਦ ਦਾ ਇਹ ਅਰਥ ਸੀ। ਸੋ ਮੈਂ ਸੋਧ ਸਿੰਘ ਬਾਜ, ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ YouTube ਚੈਨਲ ਬਾਜ TV। ਸਬਸਕ੍ਰਾਈਬ, ਨੋਟੀਫਿਕੇਸ਼ਨ ਬੈਲ ਔਨ ਜ਼ਰੂਰ ਕਰ ਲਿਆ ਜੇ। ਵੀਡੀਓ ਨੂੰ ਆਪਣੇ ਜਿੱਥੇ ਤੁਸੀਂ ਆਪ ਸੁਣਦੇ ਉੱਥੇ ਹੋਰ ਵੀ ਸੱਜਣਾ ਤੱਕ ਜ਼ਰੂਰ ਪਹੁੰਚਾਇਆ ਕਰੋ ਤਾਂ ਕਿ ਜਿੱਦਾਂ ਤੁਹਾਨੂੰ ਜਾਣਕਾਰੀ ਹੋਈ। ਦੇਖੋ ਇੱਕ ਮੁਸਲਮਾਨ ਅੱਲਾ ਯਾਰ ਖਾਂ ਜੋਗੀ ਜਿਨ੍ਹਾਂ ਨੇ ਸਾਡੇ ਇਤਿਹਾਸ ਨੂੰ ਪੜ੍ਹ ਕੇ ਤੇ ਸਾਡੇ ਇਤਿਹਾਸ ਦੇ ਬਾਰੇ ਇੰਨੀ ਇਮਾਨਦਾਰੀ ਦੇ ਨਾਲ ਇੰਨਾ ਮਹਾਨ ਖਜ਼ਾਨਾ ਜਿਹੜਾ ਉਹ ਸਾਨੂੰ ਦਿੱਤਾ ਹੈ, ਤੇ ਸਾਡਾ ਵੀ ਫਿਰ ਇੰਨਾ ਕੁ ਤੇ ਫਰਜ਼ ਬਣਦਾ ਹੈ ਅਸੀਂ ਘੱਟੋ ਘੱਟ ਉਹਨਾਂ ਵੱਲੋਂ ਦਿੱਤੇ ਹੋਏ ਇਸ ਤੋਹਫੇ ਬਾਰੇ ਜਾਣ ਤੇ ਸਕੀਏ। ਸਾਨੂੰ ਪਤਾ ਹੋਵੇ ਵੀ ਸਾਨੂੰ ਕਿਸੇ ਨੇ ਕੋਈ ਤੋਹਫਾ ਦਿੱਤਾ ਹੈ, ਕੋਈ ਸਾਨੂੰ ਗਿਫਟ ਦੇ ਕੇ ਜਾਂਦਾ, ਆਪਾਂ ਕਿੰਨੇ ਚਾਹ ਨਾਲ ਖੋਲਦੇ ਹਾਂ। ਤੇ ਅੱਲਾ ਯਾਰ ਖਾਂ ਜੋਗੀ ਨੇ ਇੱਕ ਤੋਹਫਾ ਸਾਨੂੰ ਤਿਆਰ ਕਰਕੇ ਜਿਹੜਾ ਦਿੱਤਾ ਹੈ, ਆਪਾਂ ਸਾਰੇ ਜਾਣੂ ਹੋ ਸਕੀਏ। ਆਪ ਤੁਸੀਂ ਜਿੱਥੇ ਵੀਡੀਓ ਨੂੰ ਦੇਖਦੇ ਹੋ ਸ਼ੇਅਰ ਜ਼ਰੂਰ ਕਰ ਦਿਆ ਕਰੋ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।